बनवास। गुरु गरीब बनवास। धर जी अरे एक टेक तों लाहे बिडानी आस। नानक नाम ध्याइए कारज आवे रास। लख खुशियाँ पातशाहियाँ जे सतगुर नदर करे। निमख एक हर नाम दे मेरा मन तन शीतल होए। निमक एक हर नाम दे मेरा मन तन शीतल होए। कारज आउंदे रस गुरु दी कृपा हो जावे। कारज आउंदे रस गुरां दी कृपा हो जावे। कारज आउंदे रस गुरु 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 दी कृपा हो जावे। कारज आउंदे रस गुरां दी कृपा हो जावे। जी कारज आउंदे रस गुरु दी कृपा हो जावे। 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 गुरां दी कृपा हो जावे। सतगुर दी कृपा हो जावे। कृपा हो जावे। कृपा हो जावे। कृपा हो जावे। गुरु दी कृपा हो जावे। कृपा हो जावे। कृपा हो जावे। कृपा हो जावे। गुरु दी कृपा हो जावे। कृपा हो जावे। गुरु दी कृपा हो जावे। कृपा हो जावे। गुरु दी कृपा हो जावे। कृपा हो जावे। कृपा हो जावे। कृपा हो जावे। गुरु दी कृपा हो जावे। कृपा हो जावे।
ਕਾਰਜ ਆਵੇਰ ਗੁਰੂ ਦੀ ਕਿਰਪਾ ਹੋ ਜਾਵੇ। ਕਾਰਜ ਆਵੇਰ ਗੁਰਾਂ ਦੀ ਕਿਰਪਾ ਹੋ ਜਾਵੇ। ਜੀ ਕਾਰਜ ਆਉਂਦੇ ਰਾਸ ਗੁਰੂ ਦੀ ਕਿਰਪਾ ਹੋ ਜਾਵੇ। 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 ਕਾਰਜੀ ਰੇ ਕਟੇਗ ਤੋਂ ਲਾਹੇ ਵਡਾਨੀ ਆਸ। ਨਾਨਕ ਨਾਮ ਧਿਆਈ ਹੈ ਨਾਨਕ ਨਾਮ ਧਿਆਈ ਹੈ। ਕਾਰਜ ਆਵੈ ਰਾਸ ਜਿਸ ਕਾ ਕਾਰਜਤ ਨਹੀਂ ਕੀਆ। ਮਾਨਸ ਕਿਆ ਵਿਚਾਰੈ ਰਾਮ। ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ। ਪਰਤਗ ਗੁਰੂ ਨਿਸਤਾਰੇ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਉੱਤੇ ਮਿਹਰ ਕਰੀਂ। ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀਂ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀਂ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀਂ। ਸਾਡਾ ਬੇੜਾ ਪਾਰ ਕਰੀਂ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀਂ। ਸਾਡਾ ਬੇੜਾ ਜੀ ਪਾਰ ਕਰੀ। ਸਾਡਾ ਬੇੜਾ ਜੀ ਪਾਰ ਕਰੇ। 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 ਬੇੜਾ ਜੀ ਪਾਰ ਕਰੀ। ਪੱਥਰਾਂ ਨੂੰ ਤਾਰਨ ਵਾਲਿਆ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ।
ਜੀੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਤੇ ਨਿਵਾਜੀ ਗੁਰੂ ਖਾਲਸਾ ਸਤ ਸੰਗਤ ਜੀਓ, ਆਓ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ। ਬਹੁਤ ਹੀ ਸਤਿਕਾਰਯੋਗ ਸਰਦਾਰ ਬਹਾਦਰ ਸਿੰਘ ਜੀ ਤਥਾ ਸਮੁੱਚਾ ਪਰਿਵਾਰ, ਸਾਰੇ ਪਰਿਵਾਰ ਤੇ ਸੰਬੰਧੀਆਂ ਨੇ ਰਲ ਮਿਲ ਕੇ ਬੱਚੀ ਰੁਪਿੰਦਰ ਕੌਰ ਦੇ ਵਿਵਾਹ ਕਾਰਜ ਦੀ ਖੁਸ਼ੀ ਨੂੰ ਮੁੱਖ ਰੱਖਦੇ ਆ। ਕਾਰਜ ਦੀਆਂ ਸਫਲਤਾਵਾਂ ਵਾਸਤੇ ਮਹਾਰਾਜ ਸਾਹਿਬ ਜੀ ਦੇ ਓਟ ਆਸਰੇ ਤੱਕੇ ਹੈ। ਜਿੱਥੇ ਗੁਰੂ ਸਾਹਿਬ ਆਏ ਹੈ ਉਥੇ ਆਪ ਜੀ ਰੱਬ ਵਰਗੀਆਂ ਸੰਗਤਾਂ ਨੇ ਆਪਣੇ ਮੁਬਾਰਕ ਚਰਨ ਪਾ ਕੇ ਸੱਚੇ ਪਾਤਸ਼ਾਹ ਦੇ ਨਾਲ ਨਾਲ ਸੰਗਤਾਂ ਨੇ ਵੀ ਮੁਬਾਰਕ ਚਰਨ ਇਸ ਗ੍ਰਹਿ ਵਿਖੇ ਪਾਏ ਹੈ ਤੇ ਪਰਿਵਾਰ ਨੂੰ ਭਾਗਾਂ ਵਾਲਾ ਬਣਾਇਆ ਹੈ। ਸੋ ਆਓ, ਜਿੱਥੇ ਪਰਿਵਾਰ ਦੀ ਕਾਰਜ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਹੈ, ਉੱਥੇ ਨਾਲ ਨਾਲ ਜੀਵਨ ਮਿਲਿਆ, ਜੀਵਨ ਦੀਆਂ ਘੜੀਆਂ ਮਿਲੀਆਂ ਨੇ, ਇਹਨਾਂ ਨੂੰ ਸਫਲ ਬਣਾਉਣ ਦਾ ਵੀ ਯਤਨ ਆਪਾਂ ਸਾਰਿਆਂ ਨੇ ਕਰਨਾ ਹੈ। ਥੋੜਾ ਸਮਾਂ, ਥੋੜੇ ਸਮੇਂ ਦੇ ਵਿੱਚੋਂ ਬਹੁਤਾ ਲਾਹਾ ਜਿਹੜਾ ਉਹ ਆਪਾਂ ਸਾਰਿਆਂ ਨੇ ਲੈਣਾ। ਕਿਸੇ ਨਾ ਕਿਸੇ ਬਹਾਨੇ ਸਤਿਗੁਰਾਂ ਦੇ ਚਰਨਾਂ ਵਿੱਚ ਜੁੜਿਆ ਜਾਂਦਾ ਹੈ। ਸੰਗਤ ਵਿੱਚ ਬੈਠਣ ਦਾ ਸਮਾਂ ਭਾਗਾਂ ਨਾਲ ਮਿਲਦਾ ਭਾਈ। ਪੂਰਬ ਕਰਮ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਜਦੋਂ ਮਨੁੱਖ ਸੰਗਤ ਦੇ ਵਿੱਚ ਬੈਠ ਕੇ ਲਾਹਾ ਲੈ ਲੈਂਦਾ ਹੈ ਤੇ ਉਹ ਜਨਮਾਂ ਜਨਮਾਂਤਰਾਂ ਦੀ ਮੈਲ ਜਿਹੜੀ ਉਹ ਕੱਟੀ ਜਾਂਦੀ ਹੈ। ਭਰੀਏ ਮਤ ਪਾਪਾਂ ਕੈ ਸੰਗ, ਸਾਡੀ ਮਤ ਜਿਹੜੀ ਹੈ ਪਾਪਾਂ ਦੇ ਨਾਲ ਭਰੀ ਹੋਈ ਹੈ। ਇਹਨੂੰ ਧੋਣ ਵਾਸਤੇ ਜਿਵੇਂ ਦੁਨਿਆਵੀ ਆਪਾਂ ਆਪਣੇ ਵਸਤਰ ਧੋਦੇ ਆ, ਕੱਪੜੇ ਧੋਨੇ ਆ, ਕੱਪੜਿਆਂ ਨੂੰ ਧੋਣ ਵਾਸਤੇ ਮਹਿੰਗੀ ਸਾਬਣ ਤੇ ਮਹਿੰਗੇ ਸਰਫ ਦੀ ਵਰਤੋਂ ਕਰਦੇ ਆ ਕਿ ਕੱਪੜਿਆਂ ਦੀ ਸਫਾਈ ਹੋ ਜਾਏ। ਬਾਹਰ ਦੀਆਂ ਸਫਾਈਆਂ ਤੇ ਆਪਾਂ ਸਾਰੇ ਕਰਦੇ ਆ, ਪਰ ਅੰਦਰ ਜਿਹੜੀ ਅੰਦਰਲੀ ਸਫਾਈ ਹੈ, ਮਤ ਦੀ ਸਫਾਈ ਹੈ, ਇਹਨੂੰ ਕਰਨ ਦਾ ਵੀ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਸਾਡਾ ਅੰਦਰਲਾ ਵੀ ਸਾਫ਼ ਹੋ ਜਾਏ। ਅੱਜ ਕੱਲ ਕੋਈ ਨਹੀਂ ਮੰਨਦਾ ਕਿ ਮੇਰਾ ਅੰਦਰਲਾ ਖਰਾਬ ਹੈ, ਮੇਰਾ ਅੰਦਰੋਂ ਮਨ ਮੈਲ ਹੈ, ਕੋਈ ਨਹੀਂ ਕਹਿੰਦਾ। ਕਿਸੇ ਨੂੰ ਪੁੱਛ ਕੇ ਵੇਖ ਲਓ, ਕੋਈ ਕਹਿੰਦਾ ਵੀ ਮੇਰਾ ਮਨ ਜਿਹੜਾ ਅੰਦਰੋਂ ਮੈਲ ਹੈ? ਕੋਈ ਨਹੀਂ ਕਹਿੰਦਾ। ਸਾਰੇ ਕਹਿੰਦੇ ਅਸੀਂ ਤੇ ਸਾਫ਼ ਮੰਨਦੇ ਹਾਂ ਜੀ, ਸਾਡਾ ਤੇ ਮਨ ਸਾਫ਼ ਹੈ। ਪਰ ਸਾਫ਼ ਉਦੋਂ ਮੰਨਿਆ ਜਾਂਦਾ ਹੈ ਜਦੋਂ ਗੁਰਬਾਣੀ ਦੇ ਮੁਤਾਬਕ ਚੱਲਦਾ ਹੈ, ਗੁਰਬਾਣੀ ਦੇ ਮੁਤਾਬਕ ਤੁਰਦਾ ਹੈ, ਗੁਰਬਾਣੀ ਦੇ ਮੁਤਾਬਕ ਬੈਠਦਾ ਹੈ, ਗੁਰਬਾਣੀ ਦੇ ਮੁਤਾਬਕ ਕੰਮਕਾਰ ਕਰਦਾ ਹੈ। ਜਦੋਂ ਆਪਾਂ ਕਹਿੰਦੇ ਨੇ ਨਾ ਵੀ ਮਨ ਸਾਫ਼ ਹੈ, ਜਦੋਂ ਮਨ ਸਾਫ਼ ਹੁੰਦਾ ਫਿਰ ਕਿਸੇ ਦੀ ਨਾ ਚੁਗਲੀ ਸੁਣਦਾ ਹੈ, ਨਾ ਕਿਸੇ ਦੀ ਚੁਗਲੀ ਕਰਦਾ ਹੈ। ਜਦੋਂ ਮਨ ਸਾਫ਼ ਹੁੰਦਾ ਹੈ, ਨਾ ਕਿਸੇ ਦਾ ਮਾੜਾ ਕਰਦਾ ਹੈ, ਨਾ ਕਿਸੇ ਪ੍ਰਤੀ ਮਾੜਾ ਸੋਚਦਾ ਹੈ। ਜਦੋਂ ਮਨ ਸਾਫ਼ ਹੁੰਦਾ ਹੈ, ਨਾ ਮਾੜੇ ਪਾਸੇ ਜਾਂਦਾ ਹੈ, ਨਾ ਮਾੜਿਆਂ ਦੀ ਸੰਗਤ ਕਰਦਾ ਹੈ। ਮਨ ਸਾਫ਼ ਦੀਆਂ ਨਿਸ਼ਾਨੀਆਂ ਨੇ। ਜਦੋਂ ਮਨ ਸਾਫ਼ ਹੁੰਦਾ ਫਿਰ ਕਿਸੇ ਦੀ ਬੁਰਾਈ ਨਹੀਂ ਤੱਕਦਾ, ਫਿਰ ਕਹਿੰਦਾ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਜਦੋਂ ਐਸੀ ਅਵਸਥਾ ਬਣ ਜਾਂਦੀ ਹੈ ਵੀ ਹਮ ਨਹੀਂ ਚੰਗੇ, ਵੀ ਮੈਂ ਨਹੀਂ ਚੰਗਾ, ਮੇਰੇ ਨਾਲੋਂ ਸਾਰੇ ਚੰਗੇ। ਅੰਤਰ ਵਸੈ ਨ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਬਿਖ ਖਾਏ। ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਕੇਰੇ। ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬੰਧਿਆ ਸਭ ਜਗ ਭਵੈ। ਸੇਵਾ ਕਰੇ ਸੋ ਚਾਕਰ ਹੋਏ, ਜਲ ਥਲ ਮਹੀਲ ਰਬ ਰਹਿਆ ਸੋਏ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਫਿਰ ਉਹਨਾਂ ਨੂੰ ਗੁਰੂ ਕਿਰਪਾ ਕਰਕੇ ਤਾਰ ਦਿੰਦਾ ਜਿਨ੍ਹਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ। ਰੋਜ਼ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਜਦੋਂ ਵੀ ਸੰਗਤ ਮਿਲੇ, ਅਕਾਲ ਪੁਰਖ ਪ੍ਰਮਾਤਮਾ ਹਰ ਜਗ੍ਹਾ ਤੇ ਹਾਜ਼ਰ ਨਾਜ਼ਰ ਹੈ। ਸਤਿਗੁਰ ਪ੍ਰਮਾਤਮਾ ਜਿਹੜਾ ਹੈ ਉਹ ਜਗ੍ਹਾ ਜਗ੍ਹਾ ਦੇ ਵਿੱਚ ਰਮਿਆ ਹੋਇਆ, ਜਰੇ ਜਰੇ ਦੇ ਵਿੱਚ ਰਮਿਆ ਹੋਇਆ। ਜਦੋਂ ਐਸੀ ਅਵਸਥਾ ਬਣ ਗਈ, ਸਮਝ ਨਹੀਂ ਵੀ ਗੁਰੂ ਦੀ ਕਿਰਪਾ ਹੈ।
ਜਦੋਂ ਕਹਿਣ ਲੱਗ ਪਿਆ ਮਨ, ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਹੀ ਚੰਗੇ ਨੇ, ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਹੀ ਚੰਗੇ ਨੇ। ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਤੇਰੇ ਨਾਲੋਂ ਜੀ ਸਾਰੇ ਚੰਗੇ ਨੇ, ਤੇਰੇ ਨਾਲੋਂ ਜੀ ਸਾਰੇ ਚੰਗੇ ਨੇ। ਜੀ ਤੇਰੇ ਨਾਲੋਂ ਜੀ ਸਾਰੇ ਚੰਗੇ ਨੇ, ਤੇਰੇ ਨਾਲੋਂ ਜੀ ਸਾਰੇ ਚੰਗੇ ਨੇ, ਤੇਰੇ ਨਾਲੋਂ ਜੀ ਸਾਰੇ ਚੰਗੇ ਨੇ, ਤੇਰੇ ਨਾਲੋਂ ਜੀ ਸਾਰੇ ਚੰਗੇ ਨੇ। ਸਾਰਿਆਂ ਤੋਂ ਮਾੜਾ ਮਾੜਾ ਮਨ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ, ਸਾਰਿਆਂ ਤੋਂ ਮਾੜਾ ਮਨ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਜਦੋਂ ਐਸੀ ਅਵਸਥਾ ਬਣ ਜਾਂਦੀ ਹੈ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕਹੇ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਇ ਨਾ ਵਸੈ ਇਕਠਾਏ, ਤੇ ਸਾਧ ਸੰਗਤ ਫਿਰ ਸਮਝ ਲੱਗਣ ਲੱਗ ਜਾਂਦੀ ਹੈ ਵੀ ਹਉਮੈ ਤੇ ਨਾਮ ਦਾ ਆਪਸ ਵਿੱਚ ਵਿਰੋਧ ਹੈ। ਹੰਕਾਰ ਨਹੀਂ ਕਰਨਾ ਕਿਸੇ ਚੀਜ਼ ਦਾ, ਤੇ ਪ੍ਰਮਾਤਮਾ ਦਾ ਨਾਮ ਜਦੋਂ ਆ ਵਸਦਾ ਫਿਰ ਹਉਮੈ ਟਿਕ ਨਹੀਂ ਸਕਦੀ, ਫਿਰ ਹੰਕਾਰ ਟਿਕ ਨਹੀਂ ਸਕਦਾ। ਜਦੋਂ ਹੰਕਾਰ ਖਤਮ ਹੋ ਜਾਂਦਾ ਫਿਰ ਕਹਿੰਦਾ ਹੈ ਕਿ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ। ਵੀ ਨਾ ਤਾਂ ਅਸੀਂ ਕੁਝ ਕਰ ਸਕਦੇ ਹਾਂ, ਨਾ ਮੈਂ ਕੁਝ ਕਰ ਸਕਦਾ, ਨਾ ਮੇਰਾ ਸਰੀਰ ਕਰ ਸਕਦਾ ਹੈ। ਜੋ ਕੁਝ ਕਰਦਾ ਹੈ ਉਹ ਪ੍ਰਮਾਤਮਾ ਕਰਦਾ ਹੈ। ਇਹ ਮੰਨਣਾ ਪੈਣਾ ਹੈ ਵੀ ਜੋ ਕੁਝ ਹੁੰਦਾ ਪ੍ਰਮਾਤਮਾ ਦੀ ਖੇਡ ਹੈ, ਪ੍ਰਮਾਤਮਾ ਦੀ ਰਜ਼ਾ ਹੈ, ਪ੍ਰਮਾਤਮਾ ਦਾ ਹੁਕਮ ਹੈ। ਆਪਾਂ ਕੁਝ ਵੀ ਨਹੀਂ ਕਰ ਸਕਦੇ। ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ। ਕਬੀਰ ਸਾਹਿਬ ਬਾਣੀ ਦੇ ਵਿੱਚ ਇਹ ਪੰਕਤੀ ਉਚਾਰਨ ਕਰਦੇ ਆ। ਜੇ ਪੰਕਤੀ ਉਚਾਰਨ ਕੀਤੀ ਹੈ ਤੇ ਨਾਲ ਅਮਲ ਵੀ ਕਰਦੇ ਆ ਕਬੀਰ ਸਾਹਿਬ। ਕਬੀਰ ਸਾਹਿਬ ਅਮਲ ਵੀ ਕਰਦੇ ਆ। ਜਿੰਨੀ ਬਾਣੀ ਭਾਵੇਂ ਗੁਰੂ ਸਾਹਿਬਾਨਾਂ ਨੇ ਉਚਾਰਨ ਕੀਤੀ, ਭਾਵੇਂ ਭਗਤ ਸਾਹਿਬਾਨਾਂ ਨੇ ਉਚਾਰਨ ਕੀਤੀ, ਭਾਵੇਂ ਭੱਟਾਂ ਨੇ, ਭਾਵੇਂ ਗੁਰੂ ਕੀ ਨਿਕਟ ਵਰਤੀ ਗੁਰਸਿੱਖਾਂ ਨੇ, ਭਾਵੇਂ ਭਾਈ ਗੁਰਦਾਸ ਜੀ ਵਰਗਿਆਂ ਨੇ ਬਾਣੀ ਦਾ ਉਚਾਰਨ ਕੀਤਾ, ਪਰ ਉਹਨਾਂ ਨੇ ਨਾਲ ਨਾਲ ਅਮਲ ਵੀ ਕੀਤਾ। ਪਿਆਰਿਓ, ਜੇ ਕਬੀਰ ਸਾਹਿਬ ਨੇ ਕਿਹਾ ਨਾ ਜੋ ਕੁਛ ਕੀਆ ਸੋ ਹਰ ਕੀਆ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ। ਇਹ ਕਦੋਂ ਉਚਾਰਨ ਕੀਤਾ ਸੀ ਸ਼ਬਦ? ਇਹਦੀ ਟੂਕ ਮਾਤਰ ਵਿਚਾਰ ਵੀ ਆਪਾਂ ਸਾਰੇ ਰਲ ਮਿਲ ਕੇ ਕਰਾਂਗੇ। ਕਬੀਰ ਸਾਹਿਬ ਕਹਿੰਦੇ ਆ, ਸਾਰੇ ਪੜ੍ਹਿਓ।
ना हम किया न करेंगे, ना कर सके शरीर। ना हम किया न करेंगे, ना कर सके शरीर। ना हम किया ना करेंगे, ना कर सके शरीर। ना हम किया ना करेंगे, ना कर सके शरीर। ना हम किया ना करेंगे, ना कर सके शरीर। ना हम किया ना करेंगे, ना कर सके शरीर। ना कर सके शरीर, ना कर सके शरीर, ना कर सके शरीर। 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 ना हम किया न करेंगे, ना कर सके शरीर। ना हम किया न करेंगे, ना कर सके शरीर। ना हम किया ना करेंगे, ना कर सके शरीर। ना हम किया ना करेंगे, ना कर सके शरीर। ना हम किया ना करेंगे, ना कर सके शरीर। ना हम किया ना करेंगे, ना कर सके शरीर। ਕਬੀਰ ਸਾਹਿਬ ਦੇ ਸੁਪੁੱਤਰੀ ਦਾ ਵਿਆਹ ਸੀ। ਘਰ ਵਿੱਚ ਅੰਤਾਂ ਦੀ ਗਰੀਬੀ। ਜਦੋਂ ਕੋਈ ਆਪਾਂ ਵਿਵਾਹ ਕਾਰਜ ਰੱਖਦੇ ਆ, ਪਰਿਵਾਰ ਨੂੰ ਇਸ ਗੱਲ ਦਾ ਸਾਧ ਸੰਗਤ ਇਹ ਖਰਚ ਦਾ ਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਘਰ ਦੇ ਵਿੱਚ ਕੰਮਕਾਰ ਦੀਆਂ ਟੈਨਸ਼ਨਾਂ, ਫਿਕਰ, ਇਹ ਸਾਰਿਆਂ ਨੂੰ ਰਹਿੰਦਾ ਹੈ। ਕਬੀਰ ਸਾਹਿਬ ਦੀ ਸੁਪੁੱਤਰੀ ਦਾ ਵਿਵਾਹ ਕਾਰਜ ਹੈ। ਘਰ ਵਿੱਚ ਘਰ ਵਾਲੇ ਵੀ ਕਬੀਰ ਸਾਹਿਬ ਦੀ ਤਰ੍ਹਾਂ ਸਾਰੀਆਂ ਡੋਰਾਂ ਜਿਹੜੀਆਂ ਸੀ ਪ੍ਰਮਾਤਮਾ ਤੇ ਸਿੱਟੀਆਂ ਹੋਈਆਂ। ਮਾਂ ਨੇ ਬੜਾ ਕਹਿਣਾ, ਪੁੱਤ ਤੂੰ ਮਾਲਾ ਲੈ ਕੇ ਬੈਠਾ ਰਹਿਣਾ ਹੈ, ਜਬ ਕੀ ਵਾਲਾ ਲਈ ਰੇ ਪੁੱਤੇ ਤਬ ਤੇ ਸੁਖ ਨਾ ਭਇਓ। ਉਹ ਤੂੰ ਮਾਲਾ ਲੈ ਕੇ ਬੈਠਾ ਰਹਿਣਾ ਹੈ, ਕੋਈ ਕੰਮਕਾਰ ਕਰ ਲਿਆ ਕਰ। ਹੁਣ ਘਰ ਦੇ ਵਿੱਚ ਸੁਪੁੱਤਰੀ ਦਾ ਵਿਆਹ ਰੱਖਿਆ ਹੋਇਆ ਹੈ, ਤੂੰ ਫੇਰ ਵੀ ਮਾਲਾ ਲੈ ਕੇ ਬੈਠਾ ਰਹਿਣਾ ਹੈ। ਇਹ ਕਹਿੰਦਾ, ਮਾਂ ਕਾਰਜ ਬਖਸ਼ਣ ਵਾਲਾ ਵੀ ਉਹੀ ਹੈ ਤੇ ਕਾਰਜਾਂ ਨੂੰ ਨਿਭਾਉਣ ਵਾਲਾ ਵੀ ਉਹੀ ਹੈ। ਮਾਤਾ ਕਹਿੰਦੀ, ਪੁੱਤ ਕਰਨਾ ਤੇ ਪਏਗਾ ਨਾ ਕੁਛ, ਥੋੜੇ ਦਿਨ ਰਹਿ ਗਏ ਐ, ਤੈਨੂੰ ਫਿਕਰ ਨਹੀਂ ਕੋਈ ਨਾ। ਤੂੰ ਹੋਰ ਤੇ ਕੀ, ਤੂੰ ਆਪਣੇ ਕੱਪੜੇ ਵੀ ਨਹੀਂ ਸਵਾ ਸਕਦਾ। ਖੱਦਰ ਦਾ ਕੱਪੜਾ ਪਾਇਆ ਹੋਇਆ ਸੀ। ਮਾਂ ਕਹਿੰਦੀ, ਆ ਇੱਕ ਹੋਰ ਮੈਂ ਆਪਣੇ ਹੱਥੀਂ ਤਿਆਰ ਕੀਤਾ ਹੋਇਆ ਥਾਨ ਹੈ, ਇਹ ਥਾਨ ਬਹੁਤ ਵੱਡਾ ਹੈ, ਐ ਕਰ ਇਹ ਥਾਨ ਲੈ ਜਾ ਬਾਜ਼ਾਰ ਵਿੱਚ, ਜੇ ਬਹੁਤਾ ਨਹੀਂ ਤਾਂ ਆਪਣੇ ਕੱਪੜੇ ਨੂੰ ਵੇਚ ਕੇ ਆਪਣੇ ਜੋਗੇ ਕੱਪੜੇ ਤੇ ਲੈ ਆਵੇਂਗਾ, ਨਾਲੇ ਉਹੀ ਸਸਤੇ ਭਾਅ ਨਾ ਵੇਚ ਆਈ, ਐਵੇਂ ਨਾ ਸਟਾਈ ਕਿਤੇ, ਤੂੰ ਇਹਨੂੰ ਮਹਿੰਗੇ ਭਾਅ ਵੇਚ ਕੇ ਆਈ। ਇਹ ਕਹਿੰਦਾ, ਠੀਕ ਹੈ ਮਾਤਾ, ਲਿਆ, ਜੇ ਤੂੰ ਨਹੀਂ ਹਟਦੀ। ਜਿਨ੍ਹਾਂ ਨੇ ਨਾਮ ਦਾ ਵਣਜ ਕੀਤਾ ਹੁੰਦਾ ਉਹ ਦੁਨਿਆਵੀ ਵਣਜ ਤੋਂ ਸਖਣੇ ਰਹਿੰਦੇ। ਤੇ ਸਾਧ ਸੰਗਤ, ਜਿਵੇਂ ਗੁਰੂ ਨਾਨਕ ਸਾਹਿਬ ਨੂੰ 20 ਰੁਪਏ ਦੇ ਕੇ ਪਿਤਾ ਨੇ ਸੱਚਾ ਸੌਦਾ ਕਰਨ ਦੇ ਲਈ ਭੇਜਿਆ, ਉਹ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਆ ਗਏ। ਫਿਰ ਜਦੋਂ ਘਰ ਆਉਣਾ ਸੀ, ਸਾਧ ਸੰਗਤ ਹੁਣ ਪਿਤਾ ਦੀਆਂ ਝਿੜਕਾਂ ਤੋਂ ਵੀ ਡਰ ਲੱਗਦਾ ਵੀ ਭੇਜਿਆ ਤੇ ਵਪਾਰ ਕਰਨ ਵਾਸਤੇ ਸੀ, ਵਣਜ ਕਰਨ ਵਾਸਤੇ। ਪਰ ਪਿਤਾ ਜੀ ਕਹਿਣਗੇ, ਤੂੰ 20 ਰੁਪਏ ਭੁੱਖਿਆ ਸਾਧੂਆਂ ਨੂੰ ਭੋਜਨ ਛਕਾ ਕੇ ਆ ਗਿਆ। ਝੜਕਾਂ ਤੋਂ ਡਰਦਾ ਬਾਹਰ ਗੁਰੂ ਨਾਨਕ ਸਾਹਿਬ ਮੋਟਰ ਤੇ ਬਹਿ ਗਏ ਸੀ। ਮਰਦਾਨਾ ਆਇਆ ਸੀ ਘਰ, ਦੇਖ ਲਿਆ ਮਰਦਾਨੇ ਨੂੰ ਆਉਂਦਾ, ਪਿਤਾ ਮਹਿਤਾ ਕਲਿਆਣ ਦਾਸ ਜੀ ਨੇ। ਕਹਿੰਦੇ,
ਸਿੱਧਾ ਹੀ ਬੋਲੇ। ਉਹ ਕਹਿੰਦੇ ਤੂੰ ਕੱਲਾ ਹੀ ਤੁਰਿਆ ਆਉਣਾ ਹੈ, ਉਹ ਕਿੱਥੇ ਹੈ? ਮਰਦਾਨਾ ਜੀ ਸਮਝ ਗਏ ਵੀ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਪਿਤਾ ਜੀ। ਕਹਿੰਦੇ ਜੀ ਉਹ ਤੇ ਉੱਥੇ ਮੋਟਰ ਤੇ ਬੈਠੇ ਆ। ਪਿਤਾ ਨੂੰ ਗੁੱਸਾ ਚੜ ਗਿਆ, ਬਾਹੂ ਨਹੀਂ ਤੁਰ ਪਏ। ਕਹਿੰਦੇ ਚੱਲ ਮੈਨੂੰ ਦੱਸ ਕਿੱਥੇ ਬੈਠਾ। ਭੈਣ ਨਾਨਕੀ ਜੀ ਵੀ ਨਾਲ ਗਏ। ਜਾ ਕੇ ਕਹਿੰਦੇ ਪਿਤਾ ਨੇ ਗੁੱਸੇ ਵਿੱਚ ਆ ਕੇ ਵੱਟ ਕੇ ਚਪੇੜ ਮਾਰੀ ਮਹਾਰਾਜ ਸਾਹਿਬ ਦੇ ਮੁਖੜੇ ਤੇ। ਕਹਿੰਦੇ ਭੇਜਦੇ ਕਿਸੇ ਹੋਰ ਪਾਸੇ ਆ ਤੇ ਤੁਰਦਾ ਕਿਸੇ ਹੋਰ ਪਾਸੇ ਆ। ਤੈਨੂੰ 20 ਰੁਪਏ ਦੇ ਕੇ ਸੌਦਾ ਕਰਨ ਵਾਸਤੇ ਭੇਜਿਆ ਸੀ, ਵਣਜ ਵਪਾਰ ਕਰਨ ਵਾਸਤੇ, ਸੌਦਾ ਖਰੀਦਣ ਵਾਸਤੇ ਭੇਜਿਆ ਸੀ, ਕੀ ਕਰਕੇ ਆਇਆ? ਫਿਰ ਡਰਦਾ ਘਰ ਨਹੀਂ ਆਉਂਦਾ। ਜੇ ਚੰਗਾ ਕੰਮ ਕਰੇ ਫਿਰ ਸਿੱਧਾ ਘਰ ਨਾ ਆਵੇਂ। ਪਰ ਮੈਂ ਤਾਂ ਕਲਿਆਣ ਦਾਸ ਜੀ ਕੀ ਸਮਝਦੇ ਸਨ, ਉਹਨਾਂ ਨੂੰ ਕੀ ਪਤਾ ਹੈ ਵੀ ਜਿਹੜਾ ਵਣਜ ਵਪਾਰ ਗੁਰੂ ਨਾਨਕ ਸਾਹਿਬ ਕਰ ਰਹੇ ਹੈ ਪਿਤਾ ਜੀ, ਉਹ ਤੇ ਤੁਹਾਡੀਆਂ ਨਜ਼ਰਾਂ ਵੇਖ ਹੀ ਨਹੀਂ ਰਹੀਆਂ। ਉਹ ਤੇ ਆਪ ਨਿਰੰਕਾਰ ਨੇ, ਜਿਨ੍ਹਾਂ ਨੂੰ ਤੁਸੀਂ ਸਪੁੱਤਰ ਭਾਵੇਂ ਸਪੁੱਤਰ ਨੇ, ਪਰ ਉਹ ਨਾਰਾਇਣ ਦਾ ਰੂਪ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪ੍ਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਏਦਾਂ ਹੀ ਭਗਤ ਕਬੀਰ ਸਾਹਿਬ, ਉਹ ਮਾਤਾ ਨੇ ਕਹਿੰਦੇ ਥਾਨ ਦੇ ਕੇ ਤੋਰ ਦਿੱਤਾ। ਲੈ ਕਬੀਰ ਆ ਥਾਨ ਲੈ ਜਾ, ਬਾਜ਼ਾਰ ਵਿੱਚ ਵੇਚ ਕੇ ਨਾਲੇ ਆਪ ਦਾ ਕੋਈ ਸੋਹਣਾ ਕੱਪੜਾ ਬਣਵਾ ਲਈ ਤੇ ਨਾਲ ਆਪਣੇ ਬੱਚਿਆਂ ਦਾ ਜੇ ਬਹੁਤਾ ਨਹੀਂ ਤੇ ਕੱਪੜੇ ਲੀੜੇ ਦਾ ਤਾਂ ਪ੍ਰਬੰਧ ਕਰ ਲੈ। ਕਹਿੰਦੇ ਉਹ ਥਾਨ ਲੈ ਕੇ ਕਬੀਰ ਸਾਹਿਬ ਚੱਲ ਪਏ, ਤੁਰੇ ਜਾਂਦੇ ਆ। ਰਸਤੇ ਵਿੱਚ ਇੱਕ ਫਕੀਰ ਮਿਲ ਜਾਂਦਾ, ਭਗਮਾ ਬਾਣਾ। ਉਹ ਫਕੀਰ ਮਿਲਿਆ, ਸਾਧੂ ਮਿਲਿਆ। ਕਬੀਰ ਸਾਹਿਬ ਜੀ ਦੇ ਕੋਲ ਜਾ ਕੇ ਆਖਣ ਲੱਗਿਆ ਕਿ ਜੀ ਮੈਂ ਕਬੀਰ ਦੇ ਘਰ ਜਾਣਾ ਹੈ। ਹੁਣ ਕਬੀਰ ਆਪ ਹੀ ਸੀ ਜਿਹਨੂੰ ਪੁੱਛਦਾ। ਉਹ ਕਹਿੰਦਾ ਜੀ ਮੈਂ ਕਬੀਰ ਦੇ ਘਰ ਜਾਣਾ ਹੈ। ਇਹ ਸੋਚਦਾ ਵੀ ਇਹ ਕੌਣ ਹੈ ਜਿਹੜਾ ਵੀ ਕਬੀਰ ਤੇ ਮੈਂ ਹੀ ਆ, ਮੈਨੂੰ ਜਾਣਦਾ ਨਹੀਂ। ਕਹਿੰਦਾ ਜੀ ਤੁਸੀਂ ਕੀ ਕਰਨਾ ਕਬੀਰ ਦੇ ਘਰ? ਇਹ ਕਹਿੰਦਾ ਵੀ ਮੈਂ ਸੁਣਿਆ ਵੀ ਕਬੀਰ ਜਿਹੜਾ ਹੈ ਉਹ ਬੜਾ ਦਾਨੀ ਪੁਰਸ਼ ਹੈ, ਵੀ ਉਹ ਦਾਨ ਪੁੰਨ ਬੜੇ ਕਰਦਾ ਹੈ। ਕਬੀਰ ਸਾਹਿਬ ਕਹਿੰਦੇ ਜੀ ਅੱਛਾ ਤੁਹਾਨੂੰ ਕੀ ਚਾਹੀਦਾ ਹੈ, ਤੁਸੀਂ ਕੀ ਲੈਣਾ ਹੈ? ਇਹ ਕਹਿੰਦਾ ਜੀ ਸਿਆਲ ਦੀ ਰੁੱਤ ਹੈ, ਮੇਰਾ ਮਨ ਕੀਤਾ ਹੈ ਵੀ ਸੋਹਣਾ ਕੋਈ ਚੋਲਾ ਲੈ ਕੇ ਆਵਾਂ। ਵੀ ਕਬੀਰ ਸਾਹਿਬ ਨੂੰ ਕਵਾਂਗੇ ਜਾ ਕੇ ਵੀ ਸਿਆਲ ਦੇ ਲਈ ਮੈਨੂੰ ਕੋਈ ਮੋਟਾ ਕੱਪੜਾ ਦੇ, ਵੀ ਜਿਹਦਾ ਮੈਂ ਚੋਲਾ ਸਵਾ ਸਕਾਂ। ਮੈਂ ਤੇ ਕੱਪੜਾ ਲੈਣ ਵਾਸਤੇ ਚੱਲੇ। ਇਹ ਕਹਿੰਦਾ ਜੀ ਤੁਹਾਨੂੰ ਮੈਂ ਹੀ ਦੇ ਦੇਣਾ ਕੱਪੜਾ। ਉਹ ਥਾਨ ਜਿਹੜਾ ਮਾਂ ਨੇ ਦਿੱਤਾ ਸੀ ਨਾ, ਉਹ ਥਾਨ ਦੇ ਵਿੱਚੋਂ ਕਹਿੰਦਾ ਵੀ ਕਿੰਨਾ ਕੱਪੜਾ ਲੱਗੇਗਾ ਤੁਹਾਡੇ ਚੋਲੇ ਨੂੰ? ਜਿੰਨਾ ਕੱਪੜਾ ਲੱਗਦਾ ਉਹਨਾਂ ਲੈ ਲਓ, ਦੇ ਦਿੱਤਾ। ਉਹ ਥਾਨ ਦੇ ਵਿੱਚੋਂ ਕੱਪੜਾ ਪਾੜਿਆ ਤੇ ਕਹਿੰਦੇ ਉਸ ਫਕੀਰ ਨੂੰ ਦੇ ਦਿੱਤਾ। ਕਹਿੰਦਾ ਜੀ ਠੀਕ ਹੈ ਹੁਣ? ਉਹ ਕਹਿੰਦਾ ਨਹੀਂ, ਕਬੀਰ ਦਾ ਘਰ ਤੇ ਦੱਸੋ। ਇਹ ਕਹਿੰਦਾ ਜੀ ਤੁਹਾਨੂੰ ਵਸਤਰ ਦੀ ਲੋੜ ਸੀ, ਤੁਹਾਨੂੰ ਵਸਤਰ ਮਿਲ ਗਿਆ, ਹੁਣ ਤੁਸੀਂ ਕਬੀਰ ਤੋਂ ਕੀ ਲੈਣਾ? ਇਹ ਕਹਿੰਦਾ ਵੀ ਉਦੋਂ ਵੀ ਤਾਂ ਲੈ ਕੇ ਆਉਣਾ ਮੈਂ, ਇਹ ਤੇ ਤੂੰ ਦਿੱਤਾ ਹੈ, ਮੈਂ ਕਬੀਰ ਤੋਂ ਵੀ ਤਾਂ ਲੈ ਕੇ ਆਉਣਾ। ਉਹ ਕਹਿੰਦਾ ਵੀ ਅਜੇ ਤੇਰੀ ਇਹ 5 ਮੀਟਰ ਨਾਲ 7 ਮੀਟਰ ਨਾਲ ਅਜੇ ਤੇਰੀ ਤਮੰਨਾ ਪੂਰੀ ਨਹੀਂ ਹੋਈ। ਕਹਿੰਦਾ ਬਿਲਕੁਲ ਨਹੀਂ। ਕਹਿੰਦਾ ਜੇ ਸਾਰੇ ਹੀ ਤੈਨੂੰ ਥਾਨ ਦੇ ਦਿਆਂ, ਆ ਸਾਰੇ ਹੀ ਥਾਨ ਦੇ ਦਾਂ? ਕਹਿੰਦਾ ਵੀ ਫੇਰ ਠੀਕ ਹੈ। ਇਹਨੇ ਕੀ ਕੀਤਾ ਕਬੀਰ ਸਾਹਿਬ ਨੇ, ਉਹ ਜਿਹੜਾ ਥਾਨ ਸੀ ਨਾ ਪਿਆਰਿਓ, ਉਹ ਉਸ ਰਸਤੇ ਵਿੱਚ ਉਹ ਫਕੀਰ ਨੂੰ ਦੇ ਦਿੱਤਾ। ਹੁਣ ਦੇ ਤਾਂ ਦਿੱਤਾ, ਹੁਣ ਬਾਅਦ ਵਿੱਚ ਸੋਚਦਾ ਹੈ ਵੀ ਹੁਣ ਘਰ ਕਿਵੇਂ ਜਾਵਾਂ। ਮਾਂ ਤੇ ਪਹਿਲਾਂ ਹੀ ਬੜੀ ਝੜਕਦੀ ਰਹਿੰਦੀ ਹੈ। ਮਾਂ ਤੇ ਕਹੇਗੀ ਵੀ ਲਿਆ ਕਬੀਰ ਕੀ ਲੈ ਕੇ ਆਇਆ। ਮਾਂ ਤੇ ਭਾਲੂਗੀ, ਕੱਪੜੇ ਭਾਲੂਗੀ, ਬੱਚਿਆਂ ਵਾਸਤੇ ਵਸਤਰ ਭਾਲੇਗੀ। ਕੀ ਕਹਾਂਗਾ ਜਾ ਕੇ? ਚਿੰਤਾ ਹੋ ਗਈ ਇੱਕ ਵਾਰੀ ਤੇ ਜਾ ਕੇ ਕਹਿੰਦੇ ਨਹਿਰ ਦੇ ਕੰਢੇ ਤੇ ਬਹਿ ਗਿਆ ਜਾ ਕੇ, ਨਦੀ ਦੇ ਕਿਨਾਰੇ। ਕਬੀਰ ਸਾਹਿਬ ਚੌਂਕੜਾ ਮਾਰ ਲਿਆ। ਕਹਿੰਦੇ ਭਗਵਾਨ ਮਾਲਕ ਨਾਲ ਗੱਲਾਂ ਕਰਦੇ ਆ। ਕਹਿੰਦੇ ਹੇ ਪ੍ਰਮਾਤਮਾ, ਜਿਵੇਂ ਪ੍ਰਹਿਲਾਦ ਵਰਗਿਆਂ ਨੇ ਨਹੀਂ ਸੀ ਅਰਦਾਸ ਕੀਤੀ, ਜੇ ਤੂੰ ਨਾ ਆਉਂਦਾ ਰਾਮਾ ਪ੍ਰਹਿਲਾਦ ਡੋਲ ਜਾਂਦਾ। ਉਹ ਹਰ ਜੁਗ ਜੁਗ ਭਗਤੋਂ ਪਾਇਆ, ਪੈਜ ਰੱਖਦਾ ਆ ਰਾਮ ਰਾਜੇ, ਆਪਣੇ ਪਿਆਰਿਆਂ ਦੀ ਭਗਤਾਂ ਦੀ ਲਾਜ ਰੱਖਦਾ ਪ੍ਰਮਾਤਮਾ।
ਭਗਤ ਕਬੀਰ ਸਾਹਿਬ ਚੌਂਕੜਾ ਮਾਰ ਕੇ ਬੈਠੇ ਆ ਤੇ ਅਰਦਾਸਾਂ ਕਰਦੇ ਆ ਮਾਲਕ ਦੇ ਚਰਨਾਂ ਵੀ ਸੱਚੇ ਪਾਤਸ਼ਾਹ ਹੀ ਪ੍ਰਮਾਤਮਾ ਤੁਸੀਂ ਕਿਰਪਾ ਕਰੋ, ਬੱਚੀ ਦਾ ਕਾਰਜ ਰੰਭਿਆ ਹੋਇਆ ਮਹਾਰਾਜ, ਇਹ ਕਾਰਜ ਬਖਸ਼ਣ ਵਾਲੇ ਵੀ ਤੁਸੀਂ ਹੋ, ਨੇਪਰੇ ਚੜਾਉਣ ਵਾਲੇ ਵੀ ਤੁਸੀਂ ਹੋ। ਫਰਿਆਦ ਕਰਨ ਲੱਗ ਪਏ, ਵੇਖਿਓ ਕਿਤੇ ਲਾਜ ਰੱਖ ਲੈਣੀ, ਮੋਰੀ ਲਖਿਓ ਲਾਜ ਗੁਰਦੇਵ ਗੁਰਦੇਵ। ਪ੍ਰਮਾਤਮਾ ਜਦੋਂ ਕਿਰਪਾ ਕਰਦਾ ਨਾ, ਜਦੋਂ ਪ੍ਰਮਾਤਮਾ ਕਿਰਪਾ ਕਰਦਾ ਆਪੀ ਕਾਰਜ ਰਾਸ ਹੋ ਜਾਂਦੇ। ਫਿਕਰ ਤੇ ਹੁੰਦਾ ਹੈ। ਤੇ ਸਾਧ ਸੰਗਤ ਜੀ ਕਹਿੰਦੇ ਭਗਵਾਨ ਦੇ ਚਰਨਾਂ ਵਿੱਚ ਭਗਤ ਦੀ ਪਿਆਰੇ ਦੀ ਅਰਦਾਸ ਕਬੂਲ ਹੋ ਗਈ। ਅਕਾਲ ਪੁਰਖ ਪਰਮਾਤਮਾ ਨੇ ਪਤਾ ਕੀ ਕੀਤਾ ਆਪਣੇ ਪਿਆਰੇ ਦੀ ਲਾਜ ਰੱਖਣ ਵਾਸਤੇ। ਸਾਧ ਸੰਗਤ ਕਹਿੰਦੇ ਕਬੀਰ ਦਾ ਹੀ ਰੂਪ ਧਾਰਨ ਕਰ ਲਿਆ, ਕਬੀਰ ਦਾ ਰੂਪ ਧਾਰਨ ਕੀਤਾ। ਪਤਾ ਹੀ ਨਹੀਂ ਲੱਗਦਾ ਵੀ ਇਹ ਅਸਲ ਕਬੀਰ ਹੈ ਕਿ ਇਹ ਰੂਪ ਧਾਰਨ ਕੀਤਾ ਹੋਏ। ਸਾਧ ਸੰਗਤ ਕਬੀਰ ਦਾ ਰੂਪ ਧਾਰਨ ਕਰਕੇ ਗੱਡਿਆਂ ਦੇ ਗੱਡੇ ਭਰ ਲਏ ਸਮਾਨ ਦੇ, ਤੇ ਸੁੰਦਰ ਪੁਸ਼ਾਕ ਪਹਿਨ ਲਈ ਭਗਵਾਨ ਨੇ ਆਪ ਹੀ। ਉਧਰ ਮਾਤਾ ਉਡੀਕਦੀ ਹੈ, ਸ਼ਾਮਾਂ ਪੈ ਰਹੀਆਂ ਵੀ ਕਬੀਰ ਸਵੇਰ ਦਾ ਗਿਆ ਅਜੇ ਤੱਕ ਵਾਪਸ ਨਹੀਂ ਆਇਆ, ਪਤਾ ਨਹੀਂ ਕਿੱਥੇ ਰਹਿ ਗਿਆ। ਕਹਿੰਦੇ ਫਿਰ ਜਾ ਕੇ ਕੁੰਡਾ ਖੜਕਾ ਦਿੱਤਾ ਕਬੀਰ ਸਾਹਿਬ ਦੇ ਘਰ ਦਾ ਭਗਵਾਨ ਨੇ। ਮਾਂ ਨੇ ਵੇਖਿਆ, ਦਰਵਾਜ਼ਾ ਖੋਲਿਆ, ਕਬੀਰ ਗੱਡਿਆਂ ਦੇ ਗੱਡੇ ਭਰੀ ਆਉਂਦਾ, ਸਮਾਨ ਦੇ ਗੱਡੇ ਲੱਦੀ ਆਉਂਦਾ। ਮਾਂ ਗਦਗਦ ਹੋ ਗਈ, ਖੁਸ਼ੀ ਵੀ ਅੰਦਰ, ਤੇ ਵੇਖਦੀ ਆ ਕਹਿੰਦੀ ਇੰਨਾ ਸਮਾਨ ਲਿਆਇਆ। ਇਹ ਕਹਿੰਦਾ ਮਾਤਾ ਜਿਹੜਾ ਤੂੰ ਦਿੱਤਾ ਸੀ ਨਾ ਥਾਨ, ਉਹ ਕੋਈ ਚੰਗਾ ਸ਼ਾਹੂਕਾਰ ਮਿਲ ਗਿਆ ਸੀ, ਸੌਦਾ ਵਧੀਆ ਲੱਗ ਗਿਆ, ਇਸ ਕਰਕੇ ਮੈਂ ਫਿਰ ਸਾਰੇ ਸਮਾਨ ਲਾਏ, ਇੰਨਾ ਵਧੀਆ ਸੌਦਾ ਲੱਗਿਆ, ਤੇਰਾ ਥਾਨ ਇੰਨਾ ਮਹਿੰਗਾ ਵਿਕ ਗਿਆ। ਇਹ ਕਹਿੰਦੇ ਅੱਛਾ ਪੁੱਤਰਾ ਸੰਭਾਲਿਆ